सादर नमस्ते जी साਰਿਆਂ ਨੂੰ वैदिक यूट्यूब चैनल ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਪਿਛਲੀਆਂ ਵੀਡੀਓ ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਪਰਮਾਤਮਾ ਦਾ ਗਿਆਨ ਜੋ ਵੇਦਾਂ ਦੇ ਰੂਪ ਦੇ ਵਿੱਚ ਆਪਾਂ ਨੂੰ ਪ੍ਰਾਪਤ ਹੋਇਆ ਸੀਗਾ ਸ੍ਰਿਸ਼ਟੀ ਦੇ ਸ਼ੁਰੂਆਤ ਦੇ ਵਿੱਚ ਜਦੋਂ ਇਹ ਸ੍ਰਿਸ਼ਟੀ ਬਣੀ ਆ ਉਦੋਂ ਆਪਾਂ ਨੂੰ ਪਰਮਾਤਮਾ ਵੱਲੋਂ ਵੇਦਾਂ ਦਾ ਗਿਆਨ ਦਿੱਤਾ ਗਿਆ ਸੀਗਾ ਜਿਸ ਵਿੱਚ ਸੰਪੂਰਨ ਸ੍ਰਿਸ਼ਟੀ ਦਾ ਗਿਆਨ ਸੀਗਾ। ਕਿਹੜੇ ਕੰਮ ਨੇ ਜਿਹੜੇ ਆਪਾਂ ਨੂੰ ਕਰਨੇ ਚਾਹੀਦੇ ਨੇ ਤੇ ਕਿਹੜੇ ਕਰਮ ਨੇ ਜਿਹੜੇ ਆਪਾਂ ਨੂੰ ਨਹੀਂ ਕਰਨੇ ਚਾਹੀਦੇ। ਇੱਥੇ ਇੱਕ ਹੋਰ ਵੀ ਸਵਾਲ ਪੈਦਾ ਹੁੰਦਾ ਕਿ ਪਰਮਾਤਮਾ ਦਾ ਜਿਹੜਾ ਸਰੂਪ ਆ ਜੇਕਰ ਆਪਾਂ ਪਰਮਾਤਮਾ ਨੂੰ ਨਿਰਾਕਾਰ ਮੰਨਦੇ ਆ ਬਿਨਾਂ ਆਕਾਰ ਵਾਲਾ ਬਿਨਾਂ ਸਰੀਰ ਵਾਲਾ ਮੰਨਦੇ ਆ ਤਾਂ ਫਿਰ ਉਹ ਵੇਦਾਂ ਦਾ ਗਿਆਨ ਕਿੱਦਾਂ ਦੇ ਸਕਦਾ ਕਿਉਂਕਿ ਗਿਆਨ ਦੇਣ ਵਾਸਤੇ ਸਰੀਰ ਦੀ ਲੋੜ ਹੁੰਦੀ ਆ, ਮੂੰਹ ਦੀ ਲੋੜ ਹੁੰਦੀ ਆ, ਜੀਵਾ ਦੀ ਲੋੜ ਹੁੰਦੀ ਆ, ਸ਼ਬਦਾਂ ਦੀ ਲੋੜ ਹੁੰਦੀ ਆ। ਠੀਕ ਹੈ, ਤੇ ਜੇਕਰ ਪਰਮਾਤਮਾ ਨਿਰਾਕਾਰ ਆ ਫਿਰ ਉਹ ਕਿੱਦਾਂ ਬਿਨਾਂ ਬੋਲੇ ਕਿੱਦਾਂ ਗਿਆਨ ਦੇ ਸਕਦਾ। ਅੱਜ ਦਾ ਜਿਹੜਾ ਵੀਡੀਓ ਦਾ ਵਿਸ਼ੇ ਆ ਉਹ ਇਹੀ ਆ ਕਿ ਬਿਨਾਂ ਰੂਪ ਤੋਂ ਬਿਨਾਂ ਆਕਾਰ ਤੋਂ ਪਰਮਾਤਮਾ ਵੇਦਾਂ ਦਾ ਗਿਆਨ ਕਿੱਦਾਂ ਦਿੰਦਾ ਤੇ ਕਿੱਦਾਂ ਦੇ ਸਕਦਾ। ਤਾਂ ਹੁਣ ਦੇਖੋ ਵੀ ਜਦੋਂ ਇਹ ਸ੍ਰਿਸ਼ਟੀ ਬਣੀ ਆ, ਜਦੋਂ ਸਾਰੀ ਸ਼ੁਰੂਆਤ ਹੋਈ ਆ, ਪੂਰੀ ਸਾਰੀ ਰਚਨਾ ਜਦੋਂ ਪੂਰੀ ਹੋਣ ਤੋਂ ਬਾਅਦ ਮਨੁੱਖ ਪੈਦਾ ਹੋਏ, ਜਦੋਂ ਮਨੁੱਖ ਪੈਦਾ ਹੋਏ ਤਾਂ ਮਨੁੱਖ ਨੂੰ ਕੀ ਚਾਹੀਦਾ ਸੀਗਾ? ਗਿਆਨ, ਕਿਉਂਕਿ ਉਹ ਬਿਲਕੁਲ ਅਣਜਾਣ ਸੀਗਾ। ਉਸ ਨੂੰ ਨਹੀਂ ਪਤਾ ਸੀਗਾ ਕਿ ਉਹ ਕੀ ਆ, ਉਹਦਾ ਜਨਮ ਕਿਉਂ ਹੋਇਆ, ਕੀ ਆਲਾ ਦੁਆਲਾ ਕੀ ਆ, ਉਸ ਨੂੰ ਕੁਝ ਵੀ ਨਹੀਂ ਪਤਾ ਸੀਗਾ। ਤਾਂ ਉਹ ਬਿਲਕੁਲ ਅਣਜਾਣ ਸੀਗਾ ਤੇ ਉਹਨੂੰ ਗਿਆਨ ਦੇਣ ਲਈ ਪਰਮਾਤਮਾ ਨੇ ਉਸ ਟਾਈਮ ਦੇ ਸਾਰੇ ਜੋ ਮਨੁੱਖ ਸੀਗੇ ਉਹਨਾਂ ਦੇ ਵਿੱਚੋਂ 4 ਇਹੋ ਜਿਹੀਆਂ ਪਵਿੱਤਰ ਆਤਮਾਵਾਂ, 4 ਇਹੋ ਜਿਹੇ ਮਨੁੱਖਾਂ ਨੂੰ ਚੁਣਿਆ ਸੀਗਾ। ਠੀਕ ਹੈ ਜੀ, ਜਿਹਨਾਂ ਨੂੰ ਆਪਾਂ 4 ਰਿਸ਼ੀਆਂ ਦੇ ਨਾਮ ਨਾਲ ਜਾਣਦੇ ਹਾਂ, ਜਿਨ੍ਹਾਂ ਵਿੱਚੋਂ ਅਗਨੀ ਰਿਸ਼ੀ, ਵਾਯੂ ਰਿਸ਼ੀ, ਆਦਿਤਯ ਰਿਸ਼ੀ ਤੇ ਅੰਗੀਰਾ ਰਿਸ਼ੀ ਸਨ। ਤੇ ਪਰਮਾਤਮਾ ਨੇ ਇਹਨਾਂ 4 ਰਿਸ਼ੀਆਂ ਨੂੰ ਗਿਆਨ ਦਿੱਤਾ ਸੀਗਾ। ਤੇ ਕਿੱਦਾਂ ਦਿੱਤਾ ਸੀਗਾ? ਇਹ 4 ਰਿਸ਼ੀਆਂ ਨੂੰ ਸਮਾਧੀ ਅਵਸਥਾ ਵਿੱਚ ਪਰਮਾਤਮਾ ਨੇ ਗਿਆਨ ਦਿੱਤਾ। ਕਿੱਦਾਂ ਦਿੱਤਾ? ਜਿੱਦਾਂ ਦੇਖੋ, ਜਦੋਂ ਆਪਾਂ ਨੇ ਆਪਣੀ ਕੋਈ ਵਿਚਾਰ, ਆਪਣੀ ਗੱਲ, ਆਪਣੀ ਕੋਈ ਮਨ ਦੇ ਵਿਚਾਰ ਹਾਵ-ਭਾਵ ਆਪਾਂ ਨੇ ਪ੍ਰਗਟ ਕਰਨੇ ਹੁੰਦੇ ਨੇ ਤਾਂ ਆਪਾਂ ਨੂੰ ਦੂਸਰੇ ਤੱਕ ਪਹੁੰਚਾਉਣ ਲਈ ਆਪਾਂ ਨੂੰ ਮੂੰਹ ਦੀ ਜ਼ਰੂਰਤ ਹੈ, ਜੀਭ ਦੀ ਲੋੜ ਆ, ਜ਼ੁਬਾਨ ਦੀ ਜ਼ਰੂਰਤ ਹੈ, ਸ਼ਬਦਾਂ ਦੀ ਜ਼ਰੂਰਤ ਹੁੰਦੀ ਆ। ਪਰ ਜਦੋਂ ਆਪਾਂ ਨੇ ਖੁਦ ਲਈ ਕੁਝ ਸੋਚਣਾ ਹੁੰਦਾ, ਖੁਦ ਆਪਣਾ ਵਿਚਾਰ ਕਰਨਾ ਹੁੰਦਾ ਤਾਂ ਤੁਸੀਂ ਇੱਕ ਚੀਜ਼ ਨੋਟ ਕਰਿਓ ਕਿ ਤੁਸੀਂ ਕਦੇ ਵੀ ਨਾ ਆਪਾਂ ਜੀਭ ਦਾ ਸਹਾਰਾ ਲੈਂਦੇ ਆ ਤੇ ਨਾ ਆਪਾਂ ਬੋਲਣ ਦਾ ਸਹਾਰਾ ਲੈਂਦੇ ਆ, ਨਾ ਆਪਾਂ ਉਹ ਆਵਾਜ਼ ਬਾਹਰ ਕੱਢਦੇ ਆ। ਇੱਦਾਂ ਹੀ ਆਪਾਂ ਅੰਦਰੋਂ ਹੀ ਅੰਦਰ ਆਪਣਾ ਪ੍ਰੋਸੈਸ ਚੱਲਦਾ ਰਹਿੰਦਾ, ਇੱਕ ਕਿਰਿਆ ਚੱਲਦੀ ਰਹਿੰਦੀ ਹੈ। ਆਪਾਂ ਸੋਚਦੇ ਰਹਿੰਦੇ ਆ, ਵਿਚਾਰਾਂ ਦਾ ਆਦਾਨ ਪ੍ਰਦਾਨ ਆਪਣੇ ਅੰਦਰ ਹੀ ਹੁੰਦਾ ਰਹਿੰਦਾ। ਨਵੀਂ ਸਕੀਮਾਂ, ਕਿਤੇ ਜਾਣਾ ਕਿਤੇ ਆਉਣਾ, ਨਵੇਂ ਆਪਾਂ ਪ੍ਰੋਗਰਾਮ ਆਪਣੇ ਅੰਦਰ ਹੀ ਬਣਾਉਂਦੇ ਰਹਿੰਦੇ ਆ। ਤਾਂ ਇੱਦਾਂ ਹੀ, ਬਿਲਕੁਲ ਇੱਦਾਂ ਹੀ ਜਿਹਨੂੰ ਆਤਮ ਪ੍ਰੇਰਨਾ ਕਹਿੰਦੇ ਆ, ਤਾਂ ਉਹਨਾਂ 4 ਰਿਸ਼ੀਆਂ ਨੂੰ ਉਹਨਾਂ ਦੇ ਹਿਰਦੇ ਵਿੱਚ ਜੋ ਪੂਰੀਆਂ ਪਵਿੱਤਰ ਆਤਮਾ ਸੀਗੀਆਂ ਉਸ ਟਾਈਮ ਦੀਆਂ, ਉਸ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ, ਤਾਂ ਉਹਨਾਂ ਦੇ ਦਿਲ ਦੇ ਵਿੱਚ, ਉਹਨਾਂ ਦੇ ਹਿਰਦੇ ਦੇ ਵਿੱਚ, ਉਹਨਾਂ ਦੀ ਬੁੱਧੀ ਦੇ ਵਿੱਚ ਵੇਦ ਰੂਪੀ ਪ੍ਰਕਾਸ਼ ਕੀਤਾ, ਆਪਣਾ ਗਿਆਨ ਦਿੱਤਾ, ਜਿਹਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਕੀ ਕਰਨਾ ਤੇ ਕੀ ਨਹੀਂ ਕਰਨਾ, ਇਹ ਸਾਰੀਆਂ ਚੀਜ਼ਾਂ ਨੂੰ ਪਰਮਾਤਮਾ ਨੇ ਵੇਦ ਦੇ ਗਿਆਨ ਦੇ ਰੂਪ ਵਿੱਚ ਦਿੱਤਾ। ਜੋ ਪਰਮਾਤਮਾ ਦਾ ਗਿਆਨ ਸੀਗਾ ਉਹਨੂੰ ਵੇਦ ਦਾ ਨਾਮ ਦਿੱਤਾ ਗਿਆ। ਵੇਦ ਦਾ ਅਰਥ ਹੈਗਾ ਪਰਮਾਤਮਾ ਦਾ ਗਿਆਨ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਉਹ ਗਿਆਨ ਦਿੱਤਾ ਕਿਉਂ? ਦੇਖੋ, ਕਿਉਂ ਦਾ ਜਵਾਬ ਇਹ ਹੈ ਕਿ ਇਨਸਾਨ ਇੱਕ ਇਹੋ ਜਿਹਾ ਪ੍ਰਾਣੀ ਆ ਜਿਹੜਾ ਬਿਨਾਂ ਸਿਖਾਏ ਕੁਝ ਨਹੀਂ ਸਿੱਖਦਾ। ਹੁਣ ਜੇ ਆਪਾਂ ਕਿਸੇ ਵੀ ਛੋਟੇ ਬੱਚੇ ਨੂੰ ਕਿਸੇ ਜਾਨਵਰ ਨਾਲ ਰਹਿਣ ਲਾ ਦਈਏ, ਸ਼ੁਰੂ ਤੋਂ ਜਦੋਂ ਛੋਟਾ ਸੀਗਾ ਉਹਨੂੰ ਕੋਈ ਪੜ੍ਹਾਈ ਲਿਖਾਈ ਦੀ ਕੋਈ ਕੁਛ ਆਪਾਂ ਕੋਈ ਚੰਗੀ ਆਦਤ ਸਿਖਾਈਏ, ਉਹਨੂੰ ਕਿਸੇ ਜਾਨਵਰ ਨਾਲ, ਚਾਹੇ ਉਹ ਆਪਣੀਆਂ ਗਾਵਾਂ ਮੱਝਾਂ ਹੋਣ, ਕੋਈ ਪਾਲਤੂ ਕੋਈ ਘਰੇ ਕੁੱਤਾ ਹੋ ਸਕਦਾ, ਬਿੱਲੀ ਹੋ ਸਕਦੀ ਆ, ਕਿਸੇ ਵੀ ਤਰ੍ਹਾਂ ਦਾ ਕੋਈ ਭੇਡ ਬੱਕਰੀ ਜਾਂ ਜਾਨਵਰ ਕਿਸੇ ਨਾਲ ਆਪਾਂ ਰਹਿਣ ਲਾ ਦਈਏ ਤਾਂ ਉਹਦੇ ਜਿਹੜੇ ਹਰਕਤਾਂ ਨੇ, ਉਹਦੀਆਂ ਆਦਤਾਂ ਨੇ ਬਿਲਕੁਲ ਜਾਨਵਰ ਵਰਗੀਆਂ ਹੋ ਜਾਣਗੀਆਂ। ਇਸ ਦੀ ਉਦਾਹਰਨ ਆਪਾਂ ਜੋ ਜੰਗਲ ਦੇ ਵਿੱਚ ਆਦੀਵਾਸੀ ਜਿਹਨਾਂ ਨੂੰ ਭੀਲ ਜਾਤੀਆਂ ਕਹਿੰਦੇ ਆ, ਆਪਾਂ ਉਹਨਾਂ ਦੇ ਜੀਵਨ ਨੂੰ, ਉਹਨਾਂ ਦੇ ਰਹਿਣ ਸਹਿਣ ਨੂੰ ਦੇਖ ਕੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਗਿਆਨ ਸੀਗਾ ਤੇ ਉਹਨਾਂ ਦਾ ਜੋ ਰਹਿਣ ਸਹਿਣ ਅੱਜ ਵੀ ਉੱਦਾਂ ਦਾ ਇਹ ਜਿੱਦਾਂ ਦਾ ਪਹਿਲਾਂ ਸੀਗਾ, ਬਿਲਕੁਲ ਜੰਗਲੀ ਜੀਵਾਂ ਵਾਲਾ। ਠੀਕ ਹੈ ਜੀ, ਤੇ ਉਹਨਾਂ ਨੇ ਆਪਣੇ ਗਿਆਨ ਦੇ ਵਿੱਚ ਬਿਲਕੁਲ ਵੀ ਵਾਧਾ ਨਹੀਂ ਕਰਿਆ ਕਿਉਂਕਿ ਇਨਸਾਨ ਨੂੰ ਬਾਹਰੋਂ ਸਰੋਤ ਚਾਹੀਦਾ ਗਿਆਨ ਵਾਸਤੇ, ਉਹਦਾ ਅੰਦਰੋਂ ਕੋਈ ਗਿਆਨ ਨਹੀਂ ਪ੍ਰਗਟ ਹੁੰਦਾ, ਬਿਲਕੁਲ ਜ਼ੀਰੋ ਹੁੰਦਾ, ਉਹ ਕੋਰਾ ਕਾਗਜ਼ ਦੀ ਤਰ੍ਹਾਂ ਹੁੰਦਾ। ਇੱਦਾਂ ਹੀ ਪਰਮਾਤਮਾ ਨੇ ਜਿਹੜਾ ਮਾਨਵ ਸਮਾਜ ਸੀਗਾ, ਕਿਉਂਕਿ ਸ੍ਰਿਸ਼ਟੀ ਦੀ ਸਭ ਤੋਂ ਜਿਹੜੀ ਉੱਤਮ ਕੁਆਲਿਟੀ ਆ, ਉੱਤਮ ਪ੍ਰਜਾਤੀ ਆ, ਉਹ ਮਨੁੱਖਾ। ਮਾਨਵ ਸਰੀਰ ਵਰਗੀ ਰਚਨਾ ਪਰਮਾਤਮਾ ਦੀ ਕੋਈ ਹੋਰ ਨਹੀਂ ਹੈਗੀ। ਇੰਨੀ ਸ੍ਰੇਸ਼ਟ ਰਚਨਾ ਪਰਮਾਤਮਾ ਨੇ ਕੋਈ ਹੋਰ ਨਹੀਂ ਕਰੀ ਜਿੰਨਾ ਆਪਣਾ ਇਹ ਮਾਨਵ ਸਰੀਰ ਆ। ਠੀਕ ਹੈ ਜੀ, ਤੇ ਇਹ ਮਾਨਵ ਸਰੀਰ ਨੂੰ ਗਿਆਨ ਦੀ ਲੋੜ ਪੈਂਦੀ ਆ, ਸੱਚਾ ਗਿਆਨ, ਸਤ ਗਿਆਨ, ਜਿਹੜਾ ਸਤਕਰਮ ਵਰ ਲੈ ਚੱਲੇ ਆਪਾਂ ਨੂੰ। ਠੀਕ ਹੈ,
बुरे इधर उधर के कर्मां तो बुरे कर्मां तो बचा के अपना जो जीवन निर्वाह अपने कर्तव्य अपने फर्ज चंगी तरह निभा सकां, इदां चंगी तरह ਆਪਾਂ ਨਿਭਾ ਸਕੀਏ इदां ਦਾ ਗਿਆਨ ਲਈ परमात्मा ने वेदां ਦਾ ਗਿਆਨ ਦਿੱਤਾ ਸੀਗਾ ਤੇ ਉਹਦੀ ਲੋੜ ਸੀਗੀ ਆਪਾਂ ਨੂੰ, ਕਿਉਂਕਿ ਇਨਸਾਨ ਬਿਨਾਂ ਸਿਖਾਏ ਕੁਝ ਨਹੀਂ ਸਿੱਖਦਾ, ਉਹ ਜ਼ੀਰੋ ਹੀ ਰਹੂਗਾ। ਤਾਂ ਕਰਕੇ परमात्मा ਨੇ वेदां ਦਾ ਗਿਆਨ ਦਿੱਤਾ। वेदां ਤੋਂ ਹੀ ਫਿਰ ਉਹ ਚਾਰੇ ਰਿਸ਼ੀਆਂ ਨੇ ਸਿੱਖਿਆ ਸਮਝਿਆ, ਫਿਰ ਚਾਰੇ ਰਿਸ਼ੀਆਂ ਨੇ ਉਹ ਗਿਆਨ ਨੂੰ ਸ਼੍ਰੀ ਬ੍ਰਹਮਾ ਜੀ ਰਿਸ਼ੀ ਸੀਗੇ, ਠੀਕ ਹੈ। ਇੱਕ ਤਾਂ ਚਾਰ ਮੁੱਖ ਵਾਲੇ ਬ੍ਰਹਮਾ ਜੋ ਦੇਖਦੇ ਹਾਂ ਆਪਾਂ ਫੋਟੋਆਂ ਦੇ ਉੱਪਰ ਦੇਖਦੇ ਹਾਂ, ਟੀਵੀ ਦੇ ਵਿੱਚ ਦਿਖਾਇਆ ਜਾਂਦਾ, ਉਹ ਚਾਰੇ ਬ੍ਰਹਮਾ जो चार मूँह वाला ब्रह्मा वो दिखाया जाता, वो तो एक काल्पनिक चीज़ आ, क्योंकि चार मूँह वाला कोई भी इंसान हो नहीं सकता ते ना होया ना हो सकता। ਜਿਹੜੇ ਉਹ ਚਾਰ ਰਿਸ਼ੀ ਸੀਗੇ ਉਹਨਾਂ ਨੇ ਉਹ ਬ੍ਰਹਮਾ ਜੀ ਨੂੰ ਚਾਰੇ ਵੇਦਾਂ ਦਾ ਗਿਆਨ ਦਿੱਤਾ। ਉਹ ਚਾਰੇ ਵੇਦਾਂ ਨੂੰ ਫਿਰ ਬ੍ਰਹਮਾ ਜੀ ਨੇ ਅੱਗੇ ਅੱਗੇ ਸਾਰੇ ਮਨੁੱਖ ਸਮਾਜ ਮਾਨਵ ਸਮਾਜ ਵਿੱਚ ਫੈਲਾਇਆ ਸੀਗਾ, ਠੀਕ ਹੈ ਜੀ। ਤਾਂ ਹੀ ਉਦੋਂ ਤੋਂ ਹੀ ਬ੍ਰਹਮਾ ਜੀ ਨੂੰ ਚਾਰ ਬੁੱਧੀ ਵਾਲਾ ਚਾਰ ਤਰ੍ਹਾਂ ਦਾ ਗਿਆਨ ਰੱਖਣ ਵਾਲਾ ਉਦੋਂ ਇੱਥੋਂ ਹੀ ਪ੍ਰਚਲਿਤ ਹੋਇਆ ਸੀਗਾ। ਇਹ ਇਨਸਾਨਾਂ ਦੀ ਮੂਰਖਤਾ ਅਗਿਆਨਤਾ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਾਲਪਨਿਕ ਚਿੱਤਰ ਬਣਾਏ ਕਿ ਚਾਰ ਮੂੰਹ ਵਾਲਾ ਇੱਕ ਇਨਸਾਨ ਸੀਗਾ ਜਿਹਦਾ ਨਾਮ ਬ੍ਰਹਮਾ ਸੀਗਾ। ਤਾਂ ਦੋਸਤੋ ਅੱਜ ਦਾ ਵਿਸ਼ਾ ਇਹੀ ਸੀਗਾ ਕਿ ਪਰਮਾਤਮਾ ਨੇ ਜੋ ਵੇਦਾਂ ਦਾ ਗਿਆਨ ਆ ਉਹ ਕਿੱਦਾਂ ਦਿੱਤਾ, ਤੇ ਉਹ ਗਿਆਨ ਸੀਗਾ ਉਹ ਰਿਸ਼ੀਆਂ ਨੂੰ ਉਹਨਾਂ ਦੀ ਸਮਾਧੀ ਅਵਸਥਾ ਦੇ ਵਿੱਚ ਦਿੱਤਾ। ਤੇ ਸਮਾਧੀ ਅਵਸਥਾ ਦੇ ਵਿੱਚ ਗਿਆਨ ਦੇਣ ਲਈ ਕਿਸੇ ਮੁੱਖ ਦੀ ਜਾਂ ਕਿਸੇ ਆਵਾਜ਼ ਦੀ ਕਿਸੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ, ਕਿਉਂਕਿ ਪਰਮਾਤਮਾ ਪਰਿਪੂਰਨ ਸਰਵ ਵਿਆਪਕ ਸਰਵ ਸ਼ਕਤੀਮਾਨ ਆ। ਉਹ ਇਹ ਸਾਧਨਾ ਦੀ ਉਹ ਪਰਮਾਤਮਾ ਨੂੰ ਕੋਈ ਜ਼ਰੂਰਤ ਨਹੀਂ ਹੈਗੀ, ਠੀਕ ਹੈ ਜੀ। ਤੇ ਬਸ ਅੱਜ ਦਾ ਇਹੀ ਸੀਗਾ, ਤੇ ਮਿਲਦੇ ਹਾਂ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਟੌਪਿਕ ਦੇ ਉੱਪਰ, ਤੇ ਉਦੋਂ ਤੱਕ ਲਈ ਸਾਰਿਆਂ ਨੂੰ ਸਾਦਰ ਨਮਸਤੇ ਜੀ।